वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। सोरठ महला पंजवा। घर तीजा चौप दे एक ओंकार सतगुर प्रसाद। मिल पंचो नहीं सहसा चुकाया। सिकदारों नह पति आया। उमरा वो आगे चेरा। मिल राजन राम निवेरा। मिल पंचो नहीं सहसा चुकाया। सिखदारों नह पति आया। उमरा वो आगे तेरा। मिल राजन राम निवेरा। अब ढूंढन कतों ना जाई। गोबिंद भेटे गुर गोसाई। रहाओ आया प्रभ दरबारा। ता सगली मिटी पुकारा। लावद अपनी पाई। ता कत आवे कत जाई। तह साच नाए निवेरा। ऊहा सम ठाकुर सम चेरा। अंतर जामी जाने बिन बोलत आप पछाने। सर्ब थान को राजा। तह अनहद शब्द अगाधा। तिस पै क्या चतुराई। मिल नानक आप गवाई। सर्व थान को राजा। तह अनहद शब्द अगाधा। तिस पै क्या चतुराई। मिल नानक आप गवाई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੇ ਅੱਜ ਦੇ ਪਾਵਨ ਬਚਨ ਸਤਿਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਵੇਲੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਰ ਗੱਦੀ ਤੇ ਬਿਰਾਜਮਾਨ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਅੰਮ੍ਰਿਤਮਈ ਬਚਨ ਪਾਵਨ ਮੁਖਵਾਕ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਨੂੰ ਬਖਸ਼ਿਸ਼ ਕੀਤੇ ਹਨ। ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਮੁਖਵਾਕਾਂ ਨੂੰ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ ਹੈ ਜੀ। ਸੋ ਆਓ ਸਾਧ ਸੰਗਤ ਜੋ ਸਤਿਗੁਰ ਪਾਸੋਂ ਆਪਾਂ ਇਹ ਆਗਿਆ ਲਈਏ ਕਿ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕਿ ਇਸ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕਰ ਸਕੀਏ। ਇਹ ਤਾਈਓ ਹੋ ਸਕਦਾ ਹੈ ਜਦੋਂ ਆਪਾਂ ਸਾਰੇ ਹੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲਵਾਂਗੇ, ਆਪਣੀ ਮਨ ਬਿਰਤੀ ਨੂੰ ਇਕਾਗਰ ਕਰਾਂਗੇ, ਸੁਰਤਮਈ ਹਾਜ਼ਰੀਆਂ ਲਵਾਈਏ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਸਾਰੇ ਹੀ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਉਸ ਤੋਂ ਬਾਅਦ ਇਸ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕਰਨ ਦਾ ਯਤਨ ਕਰਾਂਗੇ, ਕਿਉਂਕਿ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਹਨ, ਜਿਉਂ ਬੁਲਾਵੈ ਤਿਉ ਨਾਨਕ ਦਾਸ ਬੋਲੇ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਭਾਵ ਜਿਵੇਂ ਉਹ ਮੇਰਾ ਮਾਲਕ ਇਸ ਪਾਵਨ ਮੁਖਵਾਕ ਦੀ ਵਿਚਾਰ ਆਪਣੀ ਮਿਹਰ ਦਾ ਸਦਕਾ ਸਾਡੇ ਤੋਂ ਕਰਵਾਉਣਗੇ, ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ ਜੀ। ਆਓ ਸਾਧ ਸੰਗਤ ਜੋ ਕਰੀਏ ਰਸਨਾ ਨੂੰ ਪਵਿੱਤਰ ਬੁਲਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪ ਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਧ ਸੰਗਤ ਜੋ ਅੱਜ ਦੇ ਇਹ ਪਾਵਨ ਮੁਖਵਾਕ ਪਾਵਨ ਅੰਮ੍ਰਿਤਮਈ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 621 ਤੇ ਸੁਭਾਏਮਾਨ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਮੁਖਵਾਕ ਦੀ ਰਚਨਾ ਸੋਰਠ ਰਾਗ ਦੇ ਵਿੱਚ ਕਰਦਿਆਂ ਹੋਇਆਂ ਸਾਡੇ ਕਲਯੁਗੀ ਜੀਵਾਂ ਨੂੰ ਸਮਝਾਵਣਾ ਕਰਦਿਆਂ ਹੋਇਆਂ ਉਪਦੇਸ਼ ਵਿੱਚ ਸਮਝਾਵਣਾ ਕਰਦੇ ਹਨ। ਘਰ ਤੀਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੀਸਰੇ ਘਰ ਦੇ ਵਿੱਚ ਗਾਉਣ ਦੀ ਇਜਾਜ਼ਤ ਕੀਤੀ ਗਈ ਹੈ ਗੁਰੂ ਅਰਜਨ ਪਾਤਸ਼ਾਹ ਜੀ ਪਾਸਿਓਂ। ਚੌਪ ਦੇ ਭਾਵ ਚਾਰ ਬੰਦਾਂ ਵਾਲੀ ਇਹ ਬਾਣੀ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਭਾਵ ਉਸ ਮਾਲਕ ਦਾ ਸੰਖੇਪ ਦੇ ਵਿੱਚ ਮੰਗਲ ਉਚਾਰਨ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਉਹ ਪਰਮਾਤਮਾ ਇੱਕ ਹੈ ਤੇ ਉਹ ਮੇਰਾ ਮਾਲਕ ਪੂਰੇ ਗੁਰੂ ਦੇ ਦੁਆਰਾ ਹੀ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜਦੋਂ ਸਾਡਾ ਮੇਲ ਪੂਰੇ ਗੁਰੂ ਨਾਲ ਹੋ ਜਾਵੇ ਤੇ ਪੂਰਾ ਗੁਰੂ ਹੀ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਸਕਦਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਹਨ
ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਸਿੱਖ ਦਾਰੋ ਨਹਿ ਪਤਿਆਇਆ। ਉਮਰਾਵੋ ਆਗੇ ਤੇਰਾ। ਮਿਲ ਰਾਜਨ ਰਾਮ ਨਿਵੇਰਾ। ਹੇ ਭਾਈ, ਨਗਰ ਦੇ ਪੰਚਾਂ ਨੂੰ ਮਿਲ ਕੇ ਕਾਮਾਦਿਕ ਬੈਰੀਆਂ ਤੋਂ ਪੈ ਰਿਹਾ ਸਹਿਮ ਜਿਹੜਾ ਹੈ, ਡਰ ਜਿਹੜਾ ਹੈ, ਦੂਰ ਨਹੀਂ ਕੀਤਾ ਜਾ ਸਕਦਾ। ਭਾਵ ਮਿਲ ਪੰਚੋਂ ਨਹੀਂ ਸਹਸਾ ਚੁਕਾਇਆ। ਭਾਵ ਨਗਰ ਦੇ ਪੰਚਾਂ ਨੇ ਵੀ ਮਿਲ ਕੇ ਮੇਰੇ ਅੰਦਰ ਦੀ ਜਿਹੜੀ ਭੈ, ਮੇਰਾ ਜਿਹੜਾ ਅੰਦਰ ਡਰ ਸੀ, ਜਿਹੜਾ ਅੰਦਰ ਸਹਿਮ, ਮੇਰਾ ਹਿਰਦਾ ਸਹਿਮ ਚੁੱਕਿਆ ਸੀ, ਉਹ ਉਹਨਾਂ ਨੇ ਵੀ ਕੋਈ ਉਸ ਅੰਦਰੂਨੀ ਡਰ ਨੂੰ ਉਹ ਖਤਮ ਨਾ ਕਰ ਸਕੇ। ਸਿਕਦਾਰਾ ਭਾਵ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਬੈਰੀ ਜਿਹੜੇ ਅੰਦਰ ਦੇ ਪੰਜ ਬੈਰੀ ਹਨ, ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਕਿ ਭਾਵ ਲੋਕਾਂ ਤੋਂ ਵੀ ਇਹ ਤਸੱਲੀ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ। ਸਿਕਦਾਰਾਂ ਭਾਵ ਸਰਦਾਰਾਂ ਤੋਂ ਵੀ, ਜਿਹੜੇ ਵੱਡੇ ਵੱਡੇ ਆਗੂ ਹਨ, ਉਹਨਾਂ ਤੋਂ ਵੀ ਇਹ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਜਿਹੜੇ ਬੈਰੀ ਸਾਨੂੰ ਤੰਗ ਕਰਨੇ ਹਨ, ਤੇ ਇਹਨਾਂ ਬੈਰੀਆਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਜਿਵੇਂ ਸਰਕਾਰੀ ਹੁਕਮਾਂ ਦੇ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤਾ, ਕੁਝ ਨਹੀਂ ਬਣਦਾ, ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ। ਤੇ ਜਿਹੜੇ ਕਾਮਾਦਿਕ ਭਾਵ ਵੈਰੀ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜਿਹੜਾ ਡਰ, ਉਹ ਅੰਦਰੋਂ ਫਿਰ ਪੂਰੇ ਗੁਰੂ ਨੂੰ ਮਿਲ ਪਾ ਕੇ ਹੀ ਖਤਮ ਹੋ ਸਕਦਾ ਹੈ। ਨਹੀਂ ਤੇ ਸਾਧ ਸੰਗਤ ਜੋ ਇਹ ਜਿਹੜਾ ਝਗੜਾ ਹੈ, ਇਹ ਕੋਈ ਨਿਬੇੜ ਨਹੀਂ ਸਕਦਾ। ਇਹ ਇਨਸਾਨ ਦੇ ਆਪਣੇ ਹੱਥ ਹੈ, ਤੇ ਇਨਸਾਨ ਚਾਹੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਅੰਦਰ ਦੀ ਜਿਹੜੀ ਡਰ ਦੀ ਅਵਸਥਾ ਹੈ, ਉਹ ਇਸ ਦੀ ਜਿਹੜੀ ਡਰ ਅੰਦਰ ਭੈ ਵਸਿਆ ਹੋਇਆ ਹੈ, ਉਹ ਖਤਮ ਹੋ ਜਾਵੇਗਾ। ਲੇਕਿਨ ਉਸ ਦੇ ਲਈ ਗੁਰੂ ਦੀ ਸੰਗਤ ਵਿੱਚ ਆਉਣਾ ਪਵੇਗਾ। ਅਬ ਢੂੰਡਨ ਕਤਹੂ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ। ਇਸ ਪਾਵਨ ਮੁਖਬਾਗ ਦੀਆਂ ਇਹ ਰਾਹੋ ਦੀਆਂ ਤੁਕਾਂ ਹਨ, ਬੰਦ ਦੀਆਂ ਇਹ ਤੁਕਾਂ ਹਨ ਇਸ ਪਾਵਨ ਮੁਖਬਾਗ ਦੀਆਂ। ਅਬ ਢੂੰਡਨ ਕਤਹੂ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ। ਸਤਿਗੁਰ ਪਾਤਸ਼ਾਹ ਜੀ ਸਾਨੂੰ ਸਪਸ਼ਟ ਕਰਕੇ ਸਮਝਾ ਰਹੇ ਨੇ, ਜਦੋਂ ਗੋਬਿੰਦ ਨੂੰ, ਗੁਰੂ ਨੂੰ, ਸ੍ਰਿਸ਼ਟੀ ਦੇ ਖਸਮ ਨੂੰ ਇਹ ਜੀਵ ਆਤਮਾ ਮਿਲ ਪਈ, ਤਦੋਂ ਹੁਣ ਜਿਹੜੇ ਕਾਮਾਦਿਕ ਬੈਰੀ ਸਨ, ਬੈਰੀਆਂ ਤੋਂ ਜਿਹੜਾ ਅੰਦਰ ਭੈ, ਜਿਹੜਾ ਅੰਦਰ ਡਰ ਬਣਿਆ ਹੋਇਆ ਸੀ, ਹਿਰਦਾ ਸਹਿਮਿਆ ਹੋਇਆ ਸੀ, ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗੋਬਿੰਦ ਨੂੰ, ਗੁਰੂ ਨੂੰ, ਸ੍ਰਿਸ਼ਟੀ ਦੇ ਖਸਮ ਪਰਮਾਤਮਾ ਨੂੰ ਮਿਲਣ ਤੋਂ ਬਾਅਦ ਇਹ ਇਨਸਾਨ ਦੇ ਅੰਦਰ ਦਾ ਡਰ ਜਿਹੜਾ ਹੈ ਉਹ ਖਤਮ ਹੋ ਗਿਆ। ਸਹਿਮ ਤੋਂ ਉਸ ਮਾਲਕ ਨੇ ਆਪ ਹੀ ਬਚਾਉਣ ਦੇ ਲਈ ਕਿਸੇ ਹੋਰ ਥਾਂ ਭਾਵ ਆਸਰਾ ਭਾਲਣ ਦੀ ਲੋੜ ਮੈਨੂੰ ਹੁਣ ਨਜ਼ਰ ਨਹੀਂ ਆਉਂਦੀ। ਸਿਰਫ ਮੈਨੂੰ ਤੇ ਹੁਣ ਉਹ ਪਰਮਾਤਮਾ, ਉਹ ਗੋਬਿੰਦ, ਉਹ ਗੁਰੂ ਮਿਲ ਪਿਆ,
जिस दे मिलन दे करके मेरे अंदर दा डर खत्म हो गया। पातशाह जी फरमान करते हैं, सहस सियाणपा लख होए ता एक ना चलै नाल, किवस चियारा होई है किव कूड़े टुटे पाल, हुक्म रजाई चलना नानक लिखिया नाल। भाव असी जिन्नियां मर्जियां सहज सियाणपा चलाकियां कर लईए, लेकिन अंदर दा जेड़ा डर पै वो नहीं खत्म कर सकते। ये अंदर दा डर पै पूरे गुरु तो बिना खत्म नहीं किया जा सकता। इंसान दुनिया के पदार्थों नाल जिन्ना मर्जी अपना मोह वधाई जाए तो उन्होंने उस मनुख नूं उन्ना ही मरण तो डर लगता है। लेकिन ये हकीकत है, जो इंसान संसार विच आया है, उपजै निपज समाई, नैनो देखत यह जग जाई, लाज ना मरूं काहू कर मेरा, अंत की बार ना ही किछ तेरा। भाई ये ते संसार तेनू छड्डना पैना है। ये अंदर जिहड़ा डर है ना, भावें वो कामादिक बैरियां दा कह लीए, काम क्रोध लोभ मोह अहंकार दा कह लीए, जां इंसान नू मौत दा डर कह लीए, ये डर तो जे मुक्त होना है तो फिर होर किते लभण दी कोई लोड़ नहीं। गुरु दी शरण विच आ जा, गुरु ग्रंथ साहिब महाराज जी दी पावन हजूरी विच आ जा। जदों इस हजूरी विच साध संगत विच आ गया तो समझ लई, सच जान लई कि तेरा आया जिहड़ा संसार ते वो भी सफला हो गया। रहाओ आया प्रभ दरबारा, ता सगली मिटी पुकारा। लावद अपनी पाई, ता कत आवे कत जाई। पातशाह जी फरमान करते हैं, हे भाई, जदों मनुख प्रभु की हजूरी विच पहुँच जाता है, ये जिहड़ा अंदरों साडा चित्त जिहड़ा है वो परमात्मा नाल जुड़ जाता है, तदों इस दी जिहड़े कामादिक बैरी हन, जिहड़े अंदर उस मन नूं परमात्मा नाल नहीं जुड़न दिंदे, ते ओ वैरी भी इसदा विरोध भाव सारी अपनी शक्ति भाव ला दिंदे हन कि ये जीव उस परमात्मा दा नाम ना जप सके। ते भाव जदों इंसान प्रभु की शरण विच आ जाता है तो फिर उन्हां दा जिहड़ा बैरियां दा कामादिक बैरियां दा जिहड़ा सारा बल है वो फिर खत्म हो जाता है। भाव उन्हां बैरियां दा सारा बल मुक जाता है। क्यों? क्योंकि हुण ये जीव ये इंसान पूरे गुरु की शरण विच आ गया। तदों मनुख वो वस्त हासिल कर लेंदा है जो सदा इस दी अपनी बनी रहिंदी है। तदों विकारां दे ढाए भाव इंज कह लीए कि इस दी जिहड़ी भटकना है उस तो ये जीव जिहड़ा है विकारां दी भटकनावां तो वो पूरा गुरु बचा लैंदा है। ते हर वेले इस दे हिरदे रूपी घर दे विच परमात्मा दा सिर्फ नाम वाहिगुरु दा ही चलदा है। ये उदों ही हो सकता है जदों असी सचमुच ही ठाकुर तुम सरनाई आया उतर गयो मेरे मन का संसा जब ते दर्शन पाया। जदों उस पूरे प्रभु दा दीदार हो जावे, पूरे मालक साडे ते मेहर कर दवे ते साडियां भटकना भी मुक जांदियां हन ते इंसान फिर इको मालक दा हो के रह जाता है। तह साच न्याय निबेरा उहा सम ठाकुर सम तेरा अंतर जामी जाने
बिन बोलत आप पछानै। ये तो हकीकत है कि परमात्मा का जिहड़ा नाम है वो सच्चा नाम है। परमात्मा का नाम सच्चा है। हे भाई, प्रभु दी हजूरी विच सदा कायम रहन वाले, हमेशा ही न्याय अनुसार ही जिहड़े कामां दा नालों होर ही टक्कर दा फैसला हो जाता है, उस दरगाह विच जाबरां दी कोई लिहाज नहीं की जाती। वो ते परमात्मा आप मालक ते नौकर एको जिहा समझिया जाता है। भावें उस दी दरगाह दे विच मालक गया है ते भावें नौकर गया है, लेकिन मुल ते उत्थे सिर्फ नाम दा ही पैना है। हर एक दे दिल दी जानन वाला प्रभु हाजरी विच पहुंचे हुए सवालीए दा दिल दी जानदा है। भाव उस दे बोलण तो बिना वो आप प्रभु आप उस दे दिल दी पीड़ा नूं समझ लैंदा है ते भाव उस दे नाल इक्को जिहा न्याय करदा है। इसे करके गुरु पातशाह जी ने इस पावन मुखवाग दे विच सानू समझाया है, ऊहा सम ठाकुर प्रभ चेरा अंतर जामी जाने बिन बोलत आप पछाने। इते आपां सारे जानते हैं कि घट घट की अंतर की जानत, भले बुरे की पीर पछानत, चीटी ते कुंचर अस्तूला, सब पर कृपा दृष्ट कर पूला, संतन दुख पाए ते दुखी, सुख पाए साधन के सुखी। एक एक की पीर पछाने, घट घट के पट पट की जाने, जब उद करख करा कर तारा, प्रजा तरत तब देह अपारा, जब आ करख करत हूँ कब हूँ, तुम मैं मिलत दे धर सब हूँ, जेते बदन शेष सब धारे, आप अपनी बूझ उचारे। भाव वो मेरा मालिक घट घट दी जानन वाला है। आप बिन बोलन तो ही इंसान दी अंदर दी पीड़ा नू अवस्था नू जान लैंदा है। सर्ब थान को राजा तै अनहद शब्द अगाजा, तिस पै क्या चतुराई, मिल नानक आप गवाई। इत्थे गुरु पातशाह जी फरमान करते हैं, भाई हे भाई, प्रभु सारे थावां दा आप ही मालक है। उस नाल मिलाप अवस्था विच मनुख दे अंदर प्रभु दी सिफत सलाह दी बाणी एक रस पूरा प्रभु पा लैंदी है, अते मनुख उत्ते कामांधक बैरी अपना जोर नहीं पा सकते। पर हे भाई, उस नूं मिलन वास्ते उस नाल कोई चलाकी नहीं की जा सकती। हे नानक जी आख रहे हैं, हे भाई, जे उस नूं मिलना है तां आपा भाव गवा के उस नूं मिल सकदा है। भाव नहीं ते असी जिन्नियां मर्जियां चलाकियां चतराइयां कर लईए, उस मालक आगे ना चतराई सियाणपा किते काम ना आई है। तुठा साहिब जो देवै सोई सुख पाई है। भाव उस दे अगे किसी दी चतराई नहीं चलती, किसी दी चलाकी नहीं चलती। तिस पै क्या चतुराई, मिल नानक आप गवाई। नानक उस परमात्मा नूं जे मिलना चाहुंदा है तो फिर अपना आप गवा दे, अपना आपा भाव खत्म करके उस मालिक दी शरण विच आ जा, ते फिर देख मालिक तेरे ते कृपा करेगा। भाव तू मालिक दा रूप ते मालिक तेरा रूप बन जाएगा जदों तू अपना आप गवा दिता। सो साध संगत जियो, अज दे पावन मुखवाग दे विच गुरु पातशाह जी ने जो सानू समझावना कीता है, सो आप समूह साध संगत ने अज दे पावन मुखवाग दी विचार सरवण कीती है। दासां पासों विचारां करदियां अनेकां प्रकार दीयां भुल्लां गलतियां हो गईयां होणगीਆਂ,
ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਸੋ ਸਤ ਸੰਗ ਜੋ ਜੇ ਕਿਸੇ ਮਾਈ ਭਾਈ ਦਾ ਕੋਈ ਚੰਗਾ ਸੁਝਾਅ ਹੋਵੇ, ਜੋ ਦਾਸ ਨਾਲ ਸਾਂਝ ਕਰਨਾ ਚਾਹੁੰਦਾ ਹੋਵੇ, ਤੇ ਦਾਸ ਦਾ ਇਹ ਇੰਡੀਆ ਦਾ ਨੰਬਰ ਹੈ 8750 10 63 75। ਆਪ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, ਜਾਂ ਆਪ ਜੀ ਚੱਕ ਦੇ ਟੀਵੀ ਦੀ ਵੈਬਸਾਈਟ ਤੇ ਵੀ ਆਪਣਾ ਸੁਝਾਅ ਦੇ ਸਕਦੇ ਹੋ। ਸੋ ਸਤ ਸੰਗ ਜੋ ਬਾਣੀ ਗੁਰੂ ਦੀ ਹੈ, ਭੁੱਲਾਂ ਦਾਸ ਦੀਆਂ ਹਨ, ਬਾਣੀ ਪੱਲੇ ਬੰਨ ਲਿਓ, ਭੁੱਲਾਂ ਦਾਸ ਦੀਆਂ ਝੋਲੀ ਪਾ ਦਿਓ ਤੇ ਬੁਲਾਈਏ ਫਤਿਹ, ਕਰੀਏ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।